ਸਭ ਤੋਂ ਪਹਿਲਾਂ ਟਾਈਟਲ ਪੜ੍ਹਨਾ ਹੈ, ਠੀਕ ਹੈ ਜੀ? ਜਿਵੇਂ ਇਹ 'ਚ ਲਿਖਿਆ ਹੋਇਆ ਸੇਫਟੀ ਵੈਨ ਵਰਕਿੰਗ ਔਨ ਰੂਫਸ। ਕੋਈ ਵੀ ਤੁਸੀਂ ਪੈਸੇਜ ਕਰਨਾ ਹੈ, ਉਹਦਾ ਟਾਈਟਲ ਜ਼ਰੂਰ ਪੜ੍ਹਨਾ ਹੈ। ਉਹਨੂੰ ਸਟਾਰਟਿੰਗ 'ਚ ਥੋੜ੍ਹਾ ਜਿਹਾ ਦੇਖ ਲਓ ਕਿ ਉਹਦੇ 'ਚ ਉਹ ਗੱਲ ਕੀ ਕਰ ਰਿਹਾ, ਠੀਕ ਹੈ? ਸੇਫਟੀ ਦੀ ਗੱਲ ਕਰ ਰਿਹਾ ਕਿ ਜਦੋਂ ਰੂਫਸ ਵਗੈਰਾ 'ਤੇ ਤੁਸੀਂ ਕੰਮ ਕਰ ਰਹੇ ਹੋ ਐਂਡ ਬੇਸਿਕਲੀ ਨਿਊਜ਼ੀਲੈਂਡ ਤੋਂ ਰਿਲੇਟਿਡ ਕੁਛ ਗੱਲ ਹੈ, ਠੀਕ ਹੈ ਜੀ? ਤੁਸੀਂ ਸਟਾਰਟਿੰਗ ਇੱਕ ਦੋ ਲਾਈਨ ਵੀ ਪੜ੍ਹ ਸਕਦੇ ਹਾਂ ਟੂ ਗੈਟ ਅ ਬੈਟਰ ਆਈਡੀਆ ਕਿ ਪੈਸੇਜ 'ਚ ਗਿਵਨ ਕੀ ਹੈ। ਬਿਕੋਜ਼ ਉਹਦੇ ਨਾਲ ਕੀ ਹੁੰਦਾ, ਜਦੋਂ ਆਪਾਂ ਕੁਐਸਚਨਸ ਪੜ੍ਹਦੇ ਹਾਂ ਤਾਂ ਆਪਾਂ ਨੂੰ ਥੋੜ੍ਹਾ ਆਈਡੀਆ ਹੋ ਜਾਂਦਾ ਕਿ ਗੱਲ ਕਿਹਦੀ ਹੋ ਰਹੀ ਹੈ। ਤਾਂ ਜਦੋਂ ਆਪਾਂ ਫਿਲਅਪਸ ਕਰਨੀ ਆ, ਫਸਟ ਆਫ ਆਲ ਜਿਵੇਂ ਆ ਫਿਲਅਪਸ ਹੈ ਨਾ, ਇਹਦੇ 'ਚ ਸਬ ਹੈਡਿੰਗਸ ਦਿੱਤੀਆਂ ਹੋਈਆਂ ਹੈ। ਜਿਵੇਂ ਇੱਥੇ ਲਿਖਿਆ ਇਨਵੈਸਟੀਗੇਸ਼ਨਸ ਸ਼ੋ ਦੈਟ, ਮੇਨ ਆਪਣੀ ਹੈਡਿੰਗ ਹੈ ਸੇਫਟੀ ਵੈਨ ਵਰਕਿੰਗ ਔਨ ਰੂਫਸ, ਮਤਲਬ ਇਹ ਪੂਰੇ ਪੈਸੇਜ 'ਚੋਂ ਹੀ ਨਿਕਲਣੇ ਆ। ਦੈਨ ਇਨਵੈਸਟੀਗੇਸ਼ਨਸ ਸ਼ੋ ਦੈਟ, ਮਤਲਬ ਜਿਹੜੇ ਆਹ ਵਾਲੇ ਆਂਸਰ ਆਪਾਂ ਨੂੰ ਇਨਵੈਸਟੀਗੇਸ਼ਨਸ ਦੀ ਜਿੱਥੇ ਗੱਲ ਹੋ ਰਹੀ ਆ ਉੱਥੋਂ ਮਿਲ ਜਾਣੇ ਆ, ਠੀਕ ਹੈ? ਜਿਹੜੇ ਆਹ ਵਾਲੇ ਆ ਕੰਟਰੋਲਸ 'ਚੋਂ ਮਿਲਣੇ ਆ, ਜਿਹੜੇ ਆ ਲੈਡਰਸ 'ਚੋਂ ਮਿਲਣੇ ਆ, ਠੀਕ ਹੈ? ਦੈਟ ਮੀਨਸ ਆਪਾਂ ਸਬ ਹੈਡਿੰਗਸ ਦੇ ਅਕੋਰਡਿੰਗ ਲੋਕੇਸ਼ਨ ਫਾਈਂਡ ਆਊਟ ਕਰ ਸਕਦੇ ਹਾਂ। ਐਂਡ ਓਬਵੀਅਸਲੀ ਜੀਟੀ ਰੀਡਿੰਗ ਹੈ, ਇਹਦੇ 'ਚ ਪੈਸੇਜ ਜਿਹੜਾ ਆ ਕੋਈ ਜ਼ਿਆਦਾ ਲੈਂਥੀ ਨਹੀਂ ਹੁੰਦਾ, ਈਜ਼ੀਲੀ ਲੋਕੇਸ਼ਨ ਮਿਲ ਜਾਂਦੀ ਹੈ। ਸੋ ਵੈਨ ਵਿਲ ਰੀਡ ਕੁਐਸਚਨ ਨੰਬਰ ਫਰਸਟ ਐਂਡ ਕੁਐਸਚਨ ਰੀਡ ਕਰਕੇ ਉਹਦੇ 'ਚੋਂ ਕੀਵਰਡ ਦੇਖਣੀ ਹੈ। ਫਸਟ ਆਫ ਆਲ ਕੁਐਸਚਨ ਦਾ ਮਤਲਬ ਸਮਝਣਾ ਹੈ ਕਿ ਉਹ ਕੀ ਕਹਿ ਰਿਹਾ, ਡਿਮਾਂਡ ਸਮਝਣੀ ਹੈ ਕੁਐਸਚਨ ਦੀ। ਥੋੜਾ ਜਿਹਾ ਗੈਸ ਲਗਾਣਾ ਕਿ ਤੁਹਾਡੇ ਸਾਈਡ ਨਾ ਉਹ ਹੈ, ਬੈਕਗਰਾਊਂਡ ਜੀ ਨੋਇਜ਼ ਆ ਰਹੀ ਹੈ, ਇੱਕ ਮਿੰਟ ਮਿਊਟ ਕਰ। ਸੋ ਸਭ ਤੋਂ ਪਹਿਲਾਂ ਤੁਸੀਂ ਕੁਐਸਚਨ ਪੜ੍ਹਨਾ ਹੈ, ਕੁਐਸਚਨ ਪੜ੍ਹ ਕੇ ਕੀਵਰਡਸ ਦੇਖਣੇ ਹੈ ਤੇ ਸਮਝਣਾ ਹੈ ਕਿ ਕੁਐਸਚਨ ਦੀ ਡਿਮਾਂਡ ਕੀ ਹੈ, ਬੇਸਿਕਲੀ ਆ ਕੀ ਸਕਦਾ ਹੈ ਇੱਥੇ, ਹੈ ਨਾ? ਥੋੜਾ ਜਿਹਾ ਆਈਡੀਆ ਹੋਗਾ ਆਪਾਂ ਨੂੰ, ਗੈਸ ਵਰਕ ਹੋਗਾ ਕਾਈਂਡ ਆਫ, ਤਾਂ ਆਪਾਂ ਬੈਟਰ ਵੇ 'ਚ ਕਰ ਸਕਦੇ ਹਾਂ ਇਹਨੂੰ। ਜਿਵੇਂ ਇਹ 'ਚ ਲਿਖਿਆ ਹੋਇਆ ਇਨਵੈਸਟੀਗੇਸ਼ਨਸ ਸ਼ੋ ਦੈਟ ਓਵਰ ਹਾਫ ਆਫ ਫਾਲਸ ਆਰ ਫਰੋਮ ਲੈਸ ਦੈਨ ਡੈਸ਼। ਹੁਣ ਇਨਵੈਸਟੀਗੇਸ਼ਨ ਤੋਂ ਕੀ ਪਤਾ ਲੱਗਦਾ ਹੈ ਕਿ ਹਾਫ ਆਫ ਫਾਲਸ ਕੀ ਆਲਮੋਸਟ ਅੱਧ ਤੱਕ ਦੇ ਜਿਹੜੇ ਫਾਲਸ ਨੇ ਉਹ ਕੀ ਤੋਂ ਹੋ ਰਹੇ ਨੇ, ਆਰ ਫਰੋਮ ਲੈਸ ਦੈਨ ਡੈਸ਼। ਹੁਣ ਆਪਣੇ ਕੀਵਰਡਸ ਕੀ ਨੇ, ਫਾਲਸ, ਲੈਸ ਦੈਨ, ਇਨਵੈਸਟੀਗੇਸ਼ਨਸ, ਵਿਲ ਗੋ ਦੇयर, ਠੀਕ ਹੈ? ਇੱਥੇ ਫਾਲ ਫਰੋਮ ਹਾਈਟ ਦੀ ਗੱਲ ਕੀਤੀ ਹੈ। ਐਂਡ ਇੱਥੇ ਦੇਖੋ ਹਾਫ ਤੋਂ ਰਿਲੇਟਿਡ ਵਰਡ ਇੱਥੇ ਦਿਖ ਰਿਹਾ ਤੁਹਾਨੂੰ ਕੁਝ? ਹਾਂਜੀ 50% ਹੈ ਨਾ, ਫਾਲਸ ਵੀ ਹੈਗਾ ਉੱਥੇ, 50% ਵੀ ਹੈਗਾ ਆ। ਦੈਟ ਮੀਨਸ ਨੇੜੇ ਤੇੜੇ ਕੁਝ ਹੋ ਸਕਦਾ ਹੈ ਆਂਸਰ ਆਪਣਾ। ਇਹਨੇ ਲਿਖਿਆ ਨਾ ਮੋਰ ਦੈਨ 50% ਆਫ ਫਾਲਸ ਆਰ ਫਰੋਮ ਅੰਡਰ 3 ਮੀਟਰ। ਜਿਹੜੇ 50% ਫਾਲਸ ਨੇ ਉਹ 3 ਮੀਟਰਸ ਦੇ ਅੰਡਰ ਵਾਲੇ ਨੇ, ਠੀਕ ਹੈ? ਆਪਣੇ ਕੋਲ ਕੁਐਸਚਨ 'ਚ ਕੀ ਪੁੱਛਿਆ ਗਿਆ, ਓਵਰ ਹਾਫ ਆਫ ਦਾ ਫਾਲਸ ਆਰ ਫਰੋਮ, ਇੱਥੇ ਲੈਸ ਦੇਨ ਵਰਡ ਲਿਖਿਆ ਹੋਇਆ ਐਂਡ ਇੱਥੇ ਕਿਹੜਾ ਵਰਡ ਲਿਖਿਆ ਹੋਇਆ ਸੀ, ਅੰਡਰ। ਦੈਟ ਮੀਨਸ 3 ਮੀਟਰਸ ਆਂਸਰ ਹੋ ਸਕਦਾ ਹੈ। ਹਾਂਜੀ, ਲੈਸ ਦੈਨ 3 ਮੀਟਰਸ, ਠੀਕ ਹੈ? ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਹੈ 16, ਦ ਮੈਜੋਰਿਟੀ ਆਫ ਫਾਲਸ ਅਕਰ ਔਨ। ਜਦੋਂ ਲੋਕੇਸ਼ਨ ਦੇਖਣੀ ਹੋਵੇ, ਕਈ ਵਾਰੀ ਆਪਾਂ ਨੂੰ ਐਗਜ਼ੈਕਟ ਲੋਕੇਸ਼ਨ ਨਹੀਂ ਮਿਲਦੀ ਤਾਂ ਉੱਪਰ ਵਾਲਿਆਂ ਦੀ ਲੋਕੇਸ਼ਨ ਦੇਖ ਲਓ, ਮਤਲਬ ਇਹ ਵਾਲਾ ਆਂਸਰ ਆਪਾਂ ਨੂੰ 24 ਮਿਲੀਅਨ ਤੋਂ ਬਾਅਦ ਮਿਲੂਗਾ ਮੋਸਟ ਪ੍ਰੋਬੇਬਲੀ। ਮੈਜੋਰਿਟੀ ਆਫ ਫਾਲਸ ਅਕਰ ਔਨ, ਜ਼ਿਆਦਾਤਰ ਜਿਹੜੇ ਫਾਲਸ ਨੇ ਉਹ ਕਦੋਂ ਅਕਰ ਹੁੰਦੇ ਨੇ, ਅਕਰ ਔਨ। ਇੱਥੇ 24 ਮਿਲੀਅਨ ਇਹ ਤੋਂ ਬਾਅਦ ਮਿਲਣਾ ਹੈ, ਰਾਈਟ? More injuries happen on residential building sites than any other workplace in the construction sector, ਠੀਕ ਹੈ ਜੀ? ਹੁਣ ਆਪਣੇ ਕੋਲ ਕੁਐਸਚਨ 'ਚ ਕੀ ਪੁੱਛਿਆ ਸੀਗਾ ਕਿ ਜ਼ਿਆਦਾਤਰ ਫਾਲਸ ਕਿੱਥੇ ਹੁੰਦੇ ਆ, ਐਂਡ ਇਹਨਾਂ ਨੇ ਉੱਥੇ ਮੋਰ, ਇੱਥੇ ਮੋਰ ਇੰਜਰੀਜ਼ ਗਿਵਨ ਹੈ, ਉੱਥੇ ਮੈਜੋਰਿਟੀ ਆਫ ਫਾਲਸ। ਇੱਕੋ ਗੱਲ ਹੋ ਗਈ ਨਾ? ਹੁੰਦੇ ਕਿੱਥੇ, ਔਨ ਰੈਜ਼ੀਡੈਂਸ਼ੀਅਲ ਬਿਲਡਿੰਗ ਸਾਈਟਸ, ਠੀਕ ਹੈ ਜੀ? ਕਿਸੇ ਵੀ ਹੋਰ ਵਰਕ ਪਲੇਸ ਦੇ ਨਾਲ ਜੇ ਆਪਾਂ ਕੰਪੇਅਰ ਕਰੀਏ ਤਾਂ ਰੈਜ਼ੀਡੈਂਸ਼ੀਅਲ ਬਿਲਡਿੰਗ ਸਾਈਟਸ ਇੰਜਰੀਜ਼ ਜ਼ਿਆਦਾ ਹੁੰਦੀਆਂ ਹੈ, ਠੀਕ ਹੈ ਜੀ? ਐਂਡ ਲੋਕੇਸ਼ਨ ਮੈਂ ਈਜ਼ੀਲੀ ਬਿਲਕੁਲ ਕਿਵੇਂ ਫਾਈਂਡ ਕਰੀ, ਫਸਟ ਆਫ ਆਲ ਤਾਂ ਪੈਰਾਗ੍ਰਾਫ ਹੀ ਬਹੁਤ ਛੋਟਾ ਜਿਹਾ, ਤੁਹਾਨੂੰ ਈਜ਼ੀਲੀ ਲੋਕੇਸ਼ਨ ਮਿਲ ਜੂਗੀ। ਸੈਕੰਡਲੀ ਜਿਵੇਂ 50% ਦੀ ਗੱਲ ਇੱਥੇ ਹੋਈ ਸੀ, ਉਹ ਤੋਂ ਬਾਅਦ 24 ਮਿਲਣ ਦੀ, ਇਹ ਤੋਂ ਬਾਅਦ ਹੀ ਆਂਸਰ ਮਿਲਣਾ ਹੈ, ਤਾਂ ਡਾਇਰੈਕਟਲੀ ਇੱਥੇ ਆ ਜਾਓ। ਦੈਨ ਨੈਕਸਟ ਕੁਐਸਚਨ ਜਿਹੜਾ ਹੈ ਆਪਣਾ, ਤੇ ਦੇਖੋ ਪ੍ਰੀਵੈਂਟ ਅ ਫਾਲ ਬਾਈ ਯੂਜ਼ਿੰਗ ਐਜ ਪ੍ਰੋਟੈਕਸ਼ਨ ਐਗਜ਼ਾਮਪਲ ਸਕੈਫੋਲਡਿੰਗ ਔਰ ਡੈਸ਼। ਹੁਣ ਨੈਕਸਟ ਕੰਟਰੋਲ ਕੀ ਹੈ ਕਿ ਤੁਸੀਂ ਫਾਲ ਨੂੰ ਪ੍ਰੀਵੈਂਟ ਕਰਨਾ ਹੈ ਐਜ ਪ੍ਰੋਟੈਕਸ਼ਨ ਯੂਜ਼ ਕਰਕੇ, ਜਿਵੇਂ ਕਿ ਸਕੈਫੋਲਡਿੰਗ ਜਾਂ ਫਿਰ ਡੈਸ਼। ਹੁਣ ਇੱਥੇ ਡਿਮਾਂਡ ਸਮਝੋ ਕੁਐਸਚਨ ਦੀ, ਉਹ ਕਹਿੰਦੇ ਕਿ ਫਾਲ ਨੂੰ ਤੁਸੀਂ ਪ੍ਰੀਵੈਂਟ ਕਿਵੇਂ ਕਰਨਾ ਹੈ, ਠੀਕ ਹੈ? ਉਹਦੇ ਦੋ ਤਰੀਕੇ ਦੱਸੇ ਆ, ਦੋ ਐਗਜ਼ਾਮਪਲ ਦੱਸੇ, ਇੱਕ ਆਹ ਵਾਲਾ, ਇੱਕ ਹੋਰ ਕੀ ਹੋ ਸਕਦਾ। ਤਾਂ ਆਪਾਂ ਕੀਵਰਡਸ ਦੇਖਣੇ ਕਿੱਥੇ ਐਜ ਪ੍ਰੋਟੈਕਸ਼ਨ ਸਕੈਫੋਲਡਿੰਗ ਵਗੈਰਾ ਦੀ ਗੱਲ ਹੋਈ ਹੈ। ਇਹ ਰਿਹਾ ਸਕੈਫੋਲਡਿੰਗ ਐਜ਼ ਐਜ ਪ੍ਰੋਟੈਕਸ਼ਨ।
ठीक है, एज प्रोटेक्शन इत्थे है, सम फॉर्म ऑफ एज प्रोटेक्शन शुड बी यूज्ड टू प्रिवेंट वर्कर्स फ्रॉम फॉलिंग, इट मे बी पॉसिबल टू यूज द एग्जिस्टिंग स्कैफोल्डिंग एज एज प्रोटेक्शन। इफ दिस इज नॉट प्रैक्टिकेबल, जे आ वाला नहीं ਚੱਲਦਾ, then temporary work platforms should be used। ਉੱਥੇ ਉਹਨਾਂ ਨੇ ਐਗਜ਼ਾਮਪਲ ਦਿੱਤੇ ਸੀਗੇ, ਇੱਕ ਤਾਂ ਜਾਂ ਆ ਯੂਜ਼ ਕਰ ਲਓ, ਜਾਂ ਫਿਰ ਸੈਕਿੰਡ ਇਹਨਾਂ ਨੇ ਕੀ ਕਿਹਾ, ਜਾਂ ਫਿਰ ਟੈਂਪਰਰੀ ਵਰਕ ਪਲੇਟਫਾਰਮਸ ਯੂਜ਼ ਕਰ ਲਓ। ठीक है, मीन्स अपना आंसर की आ जाऊगा वर्क प्लेटफॉर्म्स लिख दो, चाहे जे वर्ड लिमिट अलाउ कर दी तो टैंपररी वर्क प्लेटफॉर्म्स लिख दो। ठीक है, उन्होंने लिखा नॉट मोर देन 3 वर्ड्स, तो तुसी आ तीनों लिख सकते हैं टैंपररी वर्क प्लेटफॉर्म्स। राइट, नैक्सट जेड़ा है रिड्यूस द लाइकलीहुड ऑफ इंजरी बाय यूजिंग डैश। इंजरी होने दे ਜਿਹੜੇ ਚਾਂਸਸ ਆ, ਲਾਈਕਲੀਹੁਡ ਮਤਲਬ ਕਿ ਜਿਹੜੇ ਚਾਂਸਸ ਆ ਇੰਜਰੀ ਹੋਣ ਦੇ, ਉਹਨਾਂ ਨੂੰ ਰਿਡਿਊਸ ਕਰੋ। ਐਗਜ਼ਾਮਪਲ ਬਾय यूजिंग डैश, ਕੀ ਯੂਜ਼ ਕਰਕੇ ਤੁਸੀਂ ਉਹਨੂੰ ਰਿਡਿਊਸ ਕਰ ਸਕਦੇ ਹੋ। ਹੁਣ ਦੇਖੋ ਕੀਵਰਡਸ ਕਿਹੜੇ ਸੀਗੇ ਉੱਥੇ, ਲਾਈਕਲੀਹੁਡ ਆਫ ਇੰਜਰੀ ਹੈ ਨਾ, ਚਾਂਸਸ, ਪੋਸੀਬਿਲਿਟੀ, ਇੱਦਾਂ ਦਾ ਕੁਛ ਵਰਡ ਹੋ ਸਕਦਾ ਆ। ਇੱਥੇ ਤੱਕ ਆਪਾਂ ਪੜ੍ਹ ਲਏ ਸੀ ਕਿ ਦਿਸ ਮੀਨਸ ਕੰਸੀਡਰਿੰਗ ਦ ਯੂਜ਼ ਆਫ ਸੇਫਟੀ ਨੈਟਸ ਐਂਡ ਅਦਰ ਸਿਮਿਲਰ ਸਿਸਟਮਸ ਟੂ ਮੇਕ ਇਟ ਲੈਸ ਲਾਈਕਲੀ ਦੈਟ ਇੰਜਰੀ ਵਿਲ ਬੀ ਕਾਜ਼ਡ। ਲੈਸ ਲਾਈਕਲੀ ਮਤਲਬ ਘੱਟ ਚਾਂਸਸ ਹੋਣ ਇੰਜਰੀ ਦੇ, ਉਹਦੇ ਲਈ ਕੀ ਕੰਸੀਡਰ ਕਰਨਾ ਚਾਹੀਦਾ, ਯੂਜ਼ ਆਫ ਸੇਫਟੀ ਨੈਟਸ, ਜਾਂ ਫਿਰ ਸੇਫਟੀ ਨੈਟਸ ਜਾਂ ਇੱਦਾਂ ਦਾ ਕੁਛ ਹੋਰ ਸਿਸਟਮ। ਐਂਡ ਉਹਨਾਂ ਨੇ ਆਪਾਂ ਨੂੰ ਕੀ ਕਿਹਾ, ਲਾਈਕਲੀਹੁਡ ਆਫ ਇੰਜਰੀ ਘਟਾਓ, ਐਗਜ਼ਾਮਪਲ ਬਾय यूजिंग ਸੇਫਟੀ ਨੈਟਸ ਆਪਾਂ ਲਿਖ ਦੇਣਾ ਹੈ। ठीक है, बिकॉज उन्होंने वही ऑप्शन दिता या सेफ्टी नेट्स यूज कर लो या फिर कुछ होर अपने को उत्थे मैंशन है ही नहीं, तो विल राइट सेफ्टी नेट्स। उस तो बाद आ जाए 20th, दीज शुड ओनली बी यूज्ड फॉर डैश विच डज नॉट टेक अ लॉन्ग टाइम। हम लैडर्स की गल की है कि कदों यूज होनी चाहिए है, ये उदों ही यूज होनी चाहिए है। ओनली बी यूज्ड फॉर, सिर्फ डैश लिए यूज होनी चाहिए है जिहदे च ज़्यादा टाइम ना लगे। हुण कीवर्ड की है, टाइम। ठीक है जी, यूज्ड फॉर, एंड इत्थे अपन ऑफकोर्स लास्ट पैराग्राफ च मिलना है सारा। Ladders should only be employed for short duration maintenance work such as touching up paint। ਜਿਹਨੂੰ ਜ਼ਿਆਦਾ ਟਾਈਮ ਨਾ ਲੱਗੇ ਤਾਂ ਉਹ ਕਿਹੜਾ ਵਰਕ ਹੋ ਸਕਦਾ, ਘੱਟ ਟਾਈਮ ਲਈ ਉਹਨਾਂ ਨੇ ਸ਼ਾਰਟ ਡਿਊਰੇਸ਼ਨ ਲਿਖਤਾ ਨਾ ਕੀਵਰਡ, ਸ਼ਾਰਟ ਡਿਊਰੇਸ਼ਨ ਮਤਲਬ ਵਿਚ ਡਜ਼ਨਟ ਟੇਕ ਮੋਰ ਟਾਈਮ, ਤੇ ਵਰਕ ਕਿਹੜਾ ਹੈ, ਮੇਨਟੇਨੈਂਸ ਵਰਕ। ਠੀਕ ਹੈ, ਤਾਂ ਆਪਾਂ ਆਂਸਰ 'ਚ ਕੀ ਲਿਖ ਦਾਂਗੇ, these should only be used for maintenance work which does not take a long time, because ਉਹਨਾਂ ਨੇ ਲਿਖਿਆ short duration ਦਾ maintenance work, ਐਂਡ ਇੱਥੇ ਆਪਾਂ ਲਿਖ ਦਾਂਗੇ maintenance work which does not take a long time, maintenance work ਆਂਸਰ ਆ ਜਾਊਗਾ। नेक्स्ट 21st, ट्रेनिंग शुड बी प्रोवाइडेड इन देयर डैश, इन एंड यूज्ड है। ट्रेनिंग प्रोवाइड कितने होनी चाहिए, इन देयर यूजिंग लेटर्स शुड बी ट्रेन्ड, ट्रेनिंग कितने होनी चाहिए, शुड बी ट्रेन्ड एन इंस्ट्रक्टर इन द सिलेक्शन, सिलेक्शन च ही। ठीक है, सिलेक्शन च ही ट्रेनिंग हो जानी चाहिए है, तो आप सिलेक्शन आंसर लिख देंगे, बिकॉज इतने पूछा सीगा ट्रेनिंग कदों प्रोवाइड होनी चाहिए, इन देयर, सॉरी कदों नहीं, इन देयर सिलेक्शन। एंड यूज रेगुलर डैश ऑफ लेटर्स इज रिक्वायर्ड। ठीक है, रेगुलरली डैश ऑफ लेटर्स इज रिक्वायर्ड, की करन दी जरूरत है रेगुलरली। ठीक है, रेगुलर बेसिस ते आ लिखा हुआ है, देयर शुड बी इंस्पैक्शन ऑफ ऑल लेटर्स, इंस्पैक्शन होनी चाहिए सारी लेटर्स की, तो आप इतने की लिख दूंगे रेगुलर इंस्पैक्शन ऑफ लेटर्स। क्लियर है।